ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਈਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਇਹਨਾਂ ਪਾਵਨ ਦੀਵਾਨਾਂ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤਮਈ ਬਚਨ, ਪਾਵਨ ਜਪ ਬਾਣੀ ਦੀ ਵਿਚਾਰ ਆਪ ਜੀ ਪਿਛਲੇ ਦਿਨਾਂ ਤੋਂ ਬੜੇ ਪਿਆਰ ਨਾਲ ਸਰਵਣ ਕਰ ਰਹੇ ਹੋ। ਆਓ ਸਾਧ ਸੰਗਤ, ਅੱਜ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਜਪ ਬਾਣੀ ਦੇ ਅੰਦਰੋਂ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ 25 ਨੰਬਰ ਪੌੜੀ ਦੀ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕਰਨੀ ਹੈ। ਇਹਨਾਂ ਪਾਵਨ ਬਚਨਾਂ ਨੂੰ ਵਿਚਾਰਨ ਤੋਂ ਪਹਿਲਾਂ ਆਓ ਆਪ ਜਿਤਨੇ ਤਨ ਸਤਿਗੁਰਾਂ ਦੀ ਗੋਦ ਵਿੱਚ ਜੁੜ ਬੈਠੇ ਹੋ, ਕਰੋ ਕਿਰਪਾ ਸਾਧ ਸੰਗਤ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ। ਦੇਹੋ ਅਸੀਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੰਮ੍ਰਿਤਮਈ ਬਾਣੀ ਦੇ ਅੰਦਰ ਮਨੁੱਖ ਨੂੰ ਸਚਿਆਰ ਹੋਣ ਦੀ ਜੁਗਤ ਬਿਆਨ ਕੀਤੀ ਹੈ ਵੀ ਜੀਵਨ ਦੇ ਅੰਦਰ हे ਮਨੁੱਖ ਤੂੰ ਸਚਿਆਰ ਕਿਵੇਂ ਬਣ ਸਕਣਾ ਹੈ, ਕਿਉਂਕਿ ਸਚਿਆਰ ਬਣਨਾ ਤੇਰੇ ਜੀਵਨ ਦਾ ਮਨੋਰਥ ਹੈ। ਇਹ ਜੋ ਮਾਲਕ ਨੇ ਤੈਨੂੰ ਸਰੀਰ ਦਿੱਤਾ ਹੈ, ਦੇਹ ਦਿੱਤੀ ਹੈ, ਇਸ ਦੇਹ ਦਾ ਅਸਲ ਪ੍ਰਯੋਜਨ ਹੀ ਉਸ ਕਰਤੇ ਦੇ ਅੰਮ੍ਰਿਤ ਬਚਨਾਂ ਨਾਲ ਜੁੜ ਕੇ ਕਰਤੇ ਦਾ ਰੂਪ ਹੋਣਾ ਹੈ। ਤੇ ਉਸ ਕਰਤੇ ਦਾ ਰੂਪ ਤੂੰ ਉਦੋਂ ਹੋ ਸਕਣਾ ਜਦੋਂ ਤੂੰ ਉਹਦੇ ਅੰਮ੍ਰਿਤ ਗੁਣਾਂ ਦੇ ਨਾਲ ਸਾਂਝ ਪਾ ਲਏਗਾ। ਤੂੰ ਸਚਿਆਰ ਬਣਨ ਦਾ ਸਫ਼ਰ ਤੈਅ ਕਰ ਲਏਗਾ। ਮਨੁੱਖੀ ਜੀਵਨ ਦੇ ਅੰਦਰ ਸਾਧ ਸੰਗਤ ਬਹੁਤੀਆਂ ਰੁਕਾਵਟਾਂ ਨੇ, ਜਿਨ੍ਹਾਂ ਕਰਕੇ ਇਹਦਾ ਮਨ ਸੰਸਾਰ ਦੀ ਦਿੱਖ ਵਿੱਚ ਭਟਕਦਾ ਹੈ। ਜੋ ਕੁਝ ਇਸ ਸੰਸਾਰ ਵਿੱਚੋਂ ਵੇਖਦਾ ਹੈ, ਅਕਸਰ ਉਸ ਵੇਖੇ ਹੋਏ ਵੱਲ ਇਹਦਾ ਮਨ ਪ੍ਰੇਰਿਤ ਹੁੰਦਾ ਹੈ ਤੇ ਉਸ ਪ੍ਰੇਰਨਾ ਦੇ ਅੰਦਰ ਬੱਝਾ ਹੋਇਆ ਇਹ ਮਨ ਸੰਸਾਰ ਦੇ ਐਸੇ ਕਰਮਾਂ ਨੂੰ ਆਪਣੇ ਜੀਵਨ ਦੇ ਵਿੱਚ ਤਰਜੀਹ ਦੇ ਬੈਠਦਾ ਹੈ, ਜਿਨ੍ਹਾਂ ਕਰਮਾਂ ਤੋਂ ਸਤਿਗੁਰ ਨੇ ਅੰਮ੍ਰਿਤ ਬਾਣੀ ਦੇ ਅੰਦਰ ਇਹਨੂੰ ਵਰਜਿਆ। ਔਰ ਉਹ ਕੀਤੇ ਹੋਏ ਕਰਮ ਫਿਰ ਸਾਧ ਸੰਗਤ ਸਹਿਜੇ ਸਹਿਜੇ ਇਹਦੇ ਜੀਵਨ ਦਾ ਆਧਾਰ ਬਣ ਜਾਂਦੇ ਨੇ, ਅੰਗ ਬਣ ਜਾਂਦੇ ਨੇ, ਜਾਂ ਇਉਂ ਕਹਿ ਲਈਏ ਉਹ ਕੀਤੇ ਹੋਏ ਕਰਮ ਇੱਕ ਦਿਨ ਇਹਦਾ ਸੁਭਾਅ ਬਦਲ ਜਾਂਦੇ ਨੇ ਤੇ ਉਹ ਕੀਤੇ ਹੋਏ ਕਰਮਾਂ ਦੇ ਨਾਲ ਬਣਿਆ ਹੋਇਆ ਸੁਭਾਅ ਫਿਰ ਇਹ ਤਾਂ ਜ਼ਿੰਦਗੀ ਸਮੁੱਚੀ ਜ਼ਿੰਦਗੀ ਉਹਨੂੰ ਆਪਣੇ ਜੀਵਨ ਦੇ ਵਿੱਚ ਢਾਉਂਦਾ ਹੈ। ਆਓ ਸਤਿਗੁਰਾਂ ਦੇ ਇਹਨਾਂ ਅੰਮ੍ਰਿਤ ਬਚਨਾਂ ਨੂੰ ਅੱਜ ਆਪਾਂ ਵਿਚਾਰੀਏ। ਪਾਤਸ਼ਾਹ ਕਹਿੰਦੇ ਨੇ, ਬਹੁਤਾ ਕਰਮ ਲਿਖਿਆ ਨਾ ਜਾਏ। ਬਹੁਤਾ ਦਾ ਭਾਵ ਹੈ ਬਹੁਤ ਜ਼ਿਆਦਾ। ਕਰਮ ਦੇ ਆਖਰੀ ਅਰਥ ਨੇ ਸਾਧ ਸੰਗਤ ਜੀ ਬਖਸ਼ਿਸ਼। ਪਰਮਾਤਮਾ ਦੀ ਬਖਸ਼ਿਸ਼ ਬਹੁਤ ਹੈ। ਵੇਖੋ ਉਸ ਕਰਤੇ ਦੀ ਵਡਿਆਈ। ਉਹਨੇ ਇਸ ਸੰਸਾਰ ਦੇ ਅੰਦਰ ਜਿੰਨੇ ਜੀਵ ਪੈਦਾ ਕੀਤੇ ਨੇ, ਹਰ ਇੱਕ ਜੀਵ ਦੇ ਜੀਵਨ ਦੇ ਲਈ ਉਹਦੇ ਆਹਾਰ ਦਾ ਬੰਦੋਬਸਤ ਉਸ ਪਰਮਾਤਮਾ ਨੇ ਸੰਸਾਰ ਵਿੱਚ ਕੀਤਾ ਹੈ। ਕਿਸ ਜੀਵ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ,
ਉਹਨੂੰ ਕਿਹੜੀ ਥਾਂ ਤੇ ਪੈਦਾ ਕਰਨਾ ਹੈ, ਕਿਸ ਚੀਜ਼ ਦੀ ਜ਼ਰੂਰਤ ਹੈ, ਕਿਵੇਂ ਉਹਨੇ ਜੀਵਨ ਦਾ ਨਿਰਵਾਹ ਕਰਨਾ ਹੈ, ਇਹ ਦਾਤਾਂ ਉਸ ਕਰਤੇ ਨੇ ਇਸ ਸੰਸਾਰ ਦੇ ਅੰਦਰ ਪੈਦਾ ਕੀਤੀਆਂ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਇੱਕ ਬਚਨ ਸਾਧ ਸੰਗਤ ਆਪਾਂ ਬੜੀ ਵਾਰੀ ਸਾਂਝਾ ਵੀ ਕਰਦੇ ਹਾਂ, ਕਿਉਂਕਿ ਇਹਨਾਂ ਬਚਨਾਂ ਨਾਲ ਜੀਵਨ ਦੇ ਵਿੱਚ ਬੜੀ ਵੱਡੀ ਪ੍ਰੇਰਨਾ ਮਿਲਦੀ ਹੈ ਸਾਨੂੰ। ਇੰਜ ਕਹਿ ਲਓ ਵੀ ਇੱਕ ਬੜੀ ਵੱਡੀ ਪੋਜ਼ਿਟਿਵ ਥਿੰਕ ਮਿਲਦੀ ਹੈ, ਸੋਚ ਮਿਲਦੀ ਹੈ, ਜਿੰਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਪਾਤਸ਼ਾਹ ਜੀ ਨੇ ਕਿੰਨੀ ਵੱਡੀ ਗਹਿਰੀ ਗੱਲ ਕੀਤੀ ਹੈ ਵੀ ਭਾਈ ਤੂੰ ਚਿੰਤਾ ਦੇ ਵਿੱਚ ਜੀਵਨ, ਫਿਕਰਾਂ ਦੇ ਵਿੱਚ ਜੀਵਨ ਗੁਜ਼ਾਰਨਾ ਹੈ। ਤੈਨੂੰ ਆਪਣੇ ਜੀਵਨ ਦੇ ਅੰਦਰ ਅੱਜ ਦੇ ਨਹੀਂ, ਕੱਲ ਦੀ, ਪਰਸੋਂ ਦੀ, ਆਉਣ ਵਾਲੇ 10 ਸਾਲਾਂ ਦੀ, 20 ਸਾਲਾਂ ਦੀ ਵੀ ਚਿੰਤਾ ਹੈ। ਤੇਰੇ ਕੋਲ ਹੈ ਇੰਨਾ ਕਿ ਤੂੰ ਆਪਣੇ ਆਉਣ ਵਾਲੇ 10 ਸਾਲਾਂ ਵਿੱਚ ਆਰਾਮ ਨਾਲ ਬਹਿ ਕੇ ਖਾ ਸਕਣਾ ਹੈ। ਪਰ ਕਮਾਲ ਦੀ ਗੱਲ ਹੈ, ਬਾਬਾ ਨਾਨਕ ਜੀ ਕਹਿੰਦੇ ਨੇ 10 ਸਾਲਾਂ ਤੋਂ ਅੱਗੇ ਦੀ ਤੈਨੂੰ ਫਿਰ ਚਿੰਤਾ ਹੈ। ਖਿਆਲ ਕਰਿਓ ਸਾਧ ਸੰਗਤ, ਇਹ ਚਿੰਤਾ ਹੀ ਤੇ ਹੈ। ਇਨਸਾਨ ਦੇ ਘਰ ਦੇ ਵਿੱਚ ਸਭ ਕੁਝ ਹੈ, ਪਰ ਖਿਆਲ ਕਰਿਓ ਜਦੋਂ ਆਪਣੇ ਪੁੱਤਰ ਦਾ ਵਿਆਹ ਕਰਦਾ ਤੇ ਉਦੋਂ ਜਿਸ ਪਿਓ ਨੇ ਆਪਣੇ ਕਲੇਜੇ ਦਾ ਟੁਕੜਾ ਆਪਣੀ ਧੀ ਨੂੰ ਇੰਨੇ ਸਾਲ ਪਾਲ ਕੇ ਪੋਸ ਕੇ ਵੱਡਾ ਕਰ ਪੜਾਇਆ ਲਿਖਾਇਆ, ਜਦੋਂ ਉਹਨੂੰ ਬੱਚੇ ਦੇ ਲੜ ਲਾਂਦਾ ਤੇ ਖਿਆਲ ਕਰਿਓ ਬੰਦੇ ਦੇ ਅੰਦਰ ਦੀ ਫਿਤਰਤ ਉੱਥੇ ਵੀ ਨਹੀਂ ਟਿਕਦੀ। ਉੱਥੇ ਵੀ ਕਹਿੰਦਾ ਵੀ ਮੈਂ ਤੁਹਾਡੀ ਕੁੜੀ ਦਾ, ਬੱਚੀ ਦਾ ਸਾਗ ਲਿਆ ਹੈ ਤੇ ਮੈਨੂੰ ਤੁਹਾਡੇ ਬੱਚੇ ਦੇ ਵਿਆਹ ਵੇਲੇ, ਜਿਸ ਵੇਲੇ ਬੱਚੇ ਦਾ ਆਨੰਦ ਪੜਿਆ ਜਾਏਗਾ, ਉਸ ਵੇਲੇ ਮੈਨੂੰ ਆਪਣੇ ਬੱਚੇ ਦੇ ਵਿਆਹ ਵਿੱਚ ਆ ਚੀਜ਼ਾਂ ਚਾਹੀਦੀਆਂ। ਸਿਰਫ ਇੱਥੇ ਗੱਲ ਨਹੀਂ ਰੁਕਦੀ। ਸਾਧ ਸੰਗਤ, ਵਿਆਹ ਤੋਂ ਬਾਅਦ ਫਿਰ ਨਿਤਾਂ ਪ੍ਰਤੀ ਦੀਆਂ ਇਹ ਮੰਗਾਂ ਹੁੰਦੀਆਂ ਨੇ ਵੀ ਜਾ ਆਪਣੇ ਪਿਓ ਦੇ ਕੋਲੋਂ ਆਹ ਚੀਜ਼ ਲੈ ਕੇ ਆ, ਆਪਣੇ ਭਰਾ ਕੋਲੋਂ ਆਹ ਚੀਜ਼ ਲੈ ਕੇ ਆ। ਸਤਿਗੁਰ ਕਹਿੰਦੇ ਨੇ ਵੇਖ ਬੰਦੇ ਦਾ ਸੁਭਾਅ ਕਿਹੋ ਜਿਹਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਮਨੁੱਖ ਦੀ ਫਿਤਰਤ ਹੈ, ਇਹ ਚੀਜ਼ਾਂ ਬੰਦੇ ਦੇ ਸੁਭਾਅ ਵਿੱਚ ਸ਼ਾਮਲ ਹੋ ਗਈਆਂ। ਇਹਨੂੰ ਚੇਤਾ ਭੁੱਲ ਗਿਆ ਵੀ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ। ਬਾਬਾ ਨਾਨਕ ਜੀ ਕਹਿੰਦੇ ਨੇ ਉਹਨੇ ਪਾਣੀ ਵਿੱਚ ਵੀ ਜੀਵ ਪੈਦਾ ਕੀਤੇ ਨੇ, ਉਹਨਾਂ ਨੂੰ ਵੀ ਉਹ ਰਿਜ਼ਕ ਦੇ ਰਿਹਾ ਹੈ। ਤੇ ਸਤਿਗੁਰ ਕਹਿੰਦੇ ਨੇ ਉੱਥੇ ਹੱਟ ਨਾ ਚੱਲੀ, ਨਾ ਕੋ ਕਿਰਸ ਕਰਿਓ। ਕਿੱਡਾ ਵੱਡਾ ਦਾਤਾ ਹੈ। ਪਾਤਸ਼ਾਹ ਕਹਿੰਦੇ ਨੇ ਉੱਥੇ ਕੋਈ ਦੁਕਾਨ ਨਹੀਂ ਚੱਲ ਰਹੀ, ਉੱਥੇ ਕੋਈ ਬਿਜ਼ਨਸ, ਕੋਈ ਵਪਾਰ ਨਹੀਂ ਚੱਲਦੇ ਪਏ, ਪਰ ਬੜੀ ਕਮਾਲ ਦੀ ਗੱਲ ਹੈ, ਬੰਦਾ 2 ਲੱਖ ਰੁਪਈਆ ਮਹੀਨੇ ਦੀ ਤਨਖਾਹ ਲੈ ਕੇ ਆਫਿਸ ਵਿੱਚ ਬੈਠਾ ਹੈ, ਫਿਰ ਵੀ ਕੰਮ ਕਰਨ ਦੇ ਲਈ ਕਹਿੰਦਾ ਮੈਂ ਕੰਮ ਤਾਂ ਕਰਾਂਗਾ ਜੇ ਇਹਦੇ ਬਦਲੇ ਵਿੱਚ ਮੈਨੂੰ ਰਿਸ਼ਵਤ ਮਿਲ ਜਾਏ, ਇਹਦੇ ਬਦਲੇ ਵਿੱਚ ਮੈਂ ਆਪਣੀ ਉੱਪਰ ਦੀ ਕਮਾਈ ਮੈਨੂੰ ਮਿਲ ਜਾਏ। ਇਹ ਕਿਸੇ ਇੱਕ ਥਾਂ ਤੇ ਨਹੀਂ। ਸਾਧ ਸੰਗਤ, ਆਪਾਂ ਪਿਛਲੇ ਦਿਨਾਂ ਵਿੱਚ ਵੀ ਜ਼ਿਕਰ ਕਰਦੇ ਆਏ ਹਾਂ, ਹਰ ਪਾਸੇ ਬੰਦੇ ਦੇ ਜੀਵਨ ਵਿੱਚ ਇਹ ਕੁੱਪ ਹਨੇਰਾ ਹੈ, ਹਰ ਪਾਸੇ ਬੰਦੇ ਦੇ ਜੀਵਨ ਵਿੱਚ ਇਹ ਵਰਤਾਰਾ ਵਰਤ ਰਿਹਾ। ਇਹਨੂੰ ਚੇਤਾ ਭੁੱਲ ਗਿਆ ਕਿ ਦੇਣ ਵਾਲਾ ਉਹ ਦਾਤਾ ਹੈ। ਖਿਆਲ ਕਰਿਓ ਦੇਣ ਤੇ ਆਵੇ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਬੜਾ ਪਿਆਰਾ, ਉਹ ਕਹਿੰਦੇ ਦਾਤੀ ਸਾਹਿਬ ਸੰਦੀਆਂ ਕਿਆ ਚੱਲੇ ਤਿਸ ਨਾਲ, ਇੱਕ ਜਾਗਨ ਦੇ ਨਾ ਲਹਿਨ, ਇੱਕ ਨਾ ਸੁਤਿਆਂ ਦੇ ਉਠਾਲ। ਬੰਦਿਆ ਤੇਰੇ ਕੀਤੇ ਕਰਮ ਦੇ ਨਾਲ ਨਹੀਂ, ਹੋ ਸਕਦਾ ਹੈ ਪਰਮਾਤਮਾ ਦੀ ਕਿਰਪਾ ਨਾਲ ਅੱਜ ਤੇਰੇ ਕੋਲ ਬਹੁਤ ਕੁਝ ਹੋਵੇ। ਜੇ ਉਹਦੀ ਬਖਸ਼ਿਸ਼ ਨੂੰ ਸਮਝ ਕੇ ਜੀਏਗਾ ਤੇ ਬਹੁਤੇ ਵਿੱਚ ਵੀ ਉਹਦਾ ਸ਼ੁਕਰ ਕਰੇਗਾ, ਤੇ ਜਿੱਦਨ ਕਿਤੇ ਸਬਬ ਬਣਿਆ ਥੋੜਾ ਆ ਗਿਆ ਤੇ ਉਹਦੇ ਵਿੱਚ ਵੀ ਸ਼ੁਕਰ ਕਰੇਗਾ। ਪਰ ਵੇਖ ਜੇ ਅੱਜ ਬਹੁਤ ਹੈ ਤੇ ਸ਼ੁਕਰ ਵਿੱਚ ਜੀ, ਪਤਾ ਕੋਈ ਨਹੀਂ ਹੁੰਦੀ ਬਖਸ਼ਿਸ਼ ਅੱਜ ਤੇਰੇ ਤੇ ਹੈ, ਕੱਲ ਨੂੰ ਤੂੰ ਇਸ ਬਖਸ਼ਿਸ਼ ਤੋਂ ਵਾਂਝਾ ਹੋ ਜਾਏ, ਤੈਨੂੰ ਸੰਸਾਰ ਦੇ ਅੰਦਰ ਆਤੁਰ ਹੋ ਕੇ ਲੋਕਾਂ ਦੇ ਦਰ ਦਰ ਤੋਂ ਮੰਗਣ ਦੀ ਵੀ ਨੌਬਤ ਨਾ ਆ ਜਾਏ। ਇਹ ਸੰਸਾਰ ਵਿੱਚ ਹੁੰਦਾ ਹੈ। ਸਾਧ ਸੰਗਤ, ਗੁਰਦੇਵ ਪਿਤਾ ਜੀ ਦੇ ਬੜੇ ਪਿਆਰੇ ਬਚਨ ਨੇ। ਸਾਹਿਬ ਜੀ ਕਹਿੰਦੇ ਨੇ ਪਰਮਾਤਮਾ ਨੂੰ ਚੇਤੇ ਕਰ, ਉਹ ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ, ਬਹੁਤਾ ਕਰਮ ਲਿਖਿਆ ਨਾ ਜਾਏ। ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ। ਪਾਤਸ਼ਾਹ ਕਹਿੰਦੇ ਨੇ ਖਲ ਮੂਰਖ ਕੋ ਪੰਡਤ ਕਰਬੋ, ਪੰਡਤ ਦੇ ਮੁਗਦਾਰੀ। ਉਹ ਮੂਰਖ ਨੂੰ ਗਿਆਨੀ ਬਣਾ ਦਿੰਦਾ ਤੇ ਗਿਆਨੀ ਮੂਰਖ ਬਣ ਜਾਂਦੇ ਨੇ। ਉਹਦੀ ਖੇਡ ਦਾ ਸਾਧ ਸੰਗਤ ਕੋਈ ਪਤਾ ਨਹੀਂ। ਇਸੇ ਕਰਕੇ ਬਾਬਾ ਨਾਨਕ ਜੀ ਕਹਿੰਦੇ ਨੇ ਬਹੁਤਾ ਕਰਮ ਲਿਖਿਆ ਨਾ ਜਾਏ। ਉਹ ਕਿੱਡਾ ਵੱਡਾ ਹੈ। ਸਤਿਗੁਰ ਕਹਿੰਦੇ ਨੇ ਉਹਦੀਆਂ ਦਾਤਾਂ
ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਉਹਦੀਆਂ ਬਖਸ਼ਿਸ਼ਾਂ ਲਿਖੀਆਂ ਨਹੀਂ ਜਾ ਸਕਦੀਆਂ। ਆਪਾਂ ਪਿੱਛੇ ਵੀ ਬਚਨ ਸਾਂਝੇ ਕਰਕੇ ਆਏ। ਸਾਹਿਬ ਕਹਿੰਦੇ ਨੇ, ਜੇ ਕੋ ਖਾਇਕ ਆਖਣ ਪਾਹੇ ਉਹ ਜਾਣੇ ਜਿਤੀਆਂ ਮੁਖਾਏ। ਇਸ ਪਾਵਨ ਪੌੜੀ ਦੇ ਅੰਦਰ ਸ਼ਬਦ ਆਣਗੇ, ਪਿੱਛੇ ਆਪ ਪੜ੍ਹ ਕੇ ਆਏ ਹੋ। ਸਤਿਗੁਰੂ ਜੀ ਕਹਿੰਦੇ ਨੇ, ਜੇ ਸਾਰੇ ਜਣੇ ਰਲ ਕੇ ਲਿਖਣ ਲੱਗ ਜਾਣ ਤੇ ਪਾਤਸ਼ਾਹ ਕਹਿੰਦੇ ਨੇ ਉਹਨੇ ਵੱਡਾ ਨਹੀਂ ਹੋਣਾ। ਜੇ ਸਾਰੇ ਜਣੇ ਰਲ ਕੇ ਉਹਦੀ ਨਿੰਦਾ ਕਰਨ ਲੱਗ ਜਾਣ ਤੇ ਉਹਨੇ ਛੋਟਾ ਨਹੀਂ ਹੋਣਾ। ਉਹਦੀਆਂ ਬਖਸ਼ਿਸ਼ਾਂ ਨੂੰ, ਉਹਦੀ ਕਿਰਪਾ ਨੂੰ ਜੇ ਕਲਮ ਨਾਲ ਲਿਖਣ ਲੱਗ ਜਾਈਏ, ਵੀ ਅੱਖਰਾਂ ਵਿੱਚ ਬਿਆਨ ਕਰ ਦਈਏ, ਸਤਿਗੁਰ ਕਹਿੰਦੇ ਨੇ ਅੱਖਰ ਮੁੱਕ ਜਾਣਗੇ ਪਰ ਉਹਦੀਆਂ ਸਿਫਤਾਂ ਵਡਿਆਈਆਂ ਨਹੀਂ ਮੁੱਕਣਗੀਆਂ। ਤਾਂ ਹੀ ਸਤਿਗੁਰ ਨੇ ਆਖਿਆ ਬਾਣੀ ਦੇ ਅੰਦਰ, ਪਾਤਸ਼ਾਹ ਕਹਿੰਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬੈ ਕਰਨ ਵਿਚਾਰ। ਸਤਿਗੁਰ ਕਹਿੰਦੇ ਨੇ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਹ ਏਡਾ ਵੱਡਾ ਦਾਤਾ ਹੈ ਸਾਧ ਸੰਗਤ, ਉਹ ਦੇ ਰਿਹਾ ਹੈ ਪਰ ਉਹਦੇ ਸੁਭਾਅ ਦੇ ਅੰਦਰ ਲੈਣਾ ਹੈ ਹੀ ਨਹੀਂ। ਖਿਆਲ ਕਰਿਓ ਵੱਡਾ ਕਿਉਂ ਹੈ। ਅਸੀਂ ਬਹੁਤੇ ਬਾਣੀ ਦੇ ਅੰਦਰ ਇਹ ਸ਼ਬਦ ਪੜ੍ਹਦੇ ਆਏ ਹਾਂ, ਪਿੱਛੇ ਵੀ ਸਤਿਗੁਰ ਨੇ ਕੀਤਾ, ਦੇਂਦਾ ਦੇ ਲੈਂਦੇ ਥਕ ਪਾਹੇ। ਪਾਤਸ਼ਾਹ ਕਹਿੰਦੇ ਨੇ ਦੇ ਰਿਹਾ ਹੈ ਪਰ ਲੈਂਦਾ ਲੈਂਦਾ ਬੰਦਾ ਥੱਕ ਜਾਂਦਾ ਹੈ, ਪਰ ਉਹਦੀਆਂ ਦਾਤਾਂ ਦੀ ਤੋਟ ਨਹੀਂ ਕਦੇ। ਹੁਣ ਸਤਿਗੁਰ ਨੇ ਇੱਥੇ ਵੱਡਾ ਦਾਤਾ ਆਖਿਆ, ਉਹ ਵੱਡਾ ਕਿਉਂ ਹੈ। ਸਾਧ ਸੰਗਤ, ਦੁਨੀਆ ਦੇ ਅੰਦਰ ਕੋਈ ਬੰਦਾ ਕਿਸੇ ਇਨਸਾਨ ਨੂੰ ਕੋਈ ਵਸਤੂ ਦੇਵੇ, ਉਹਦੇ ਮਨ ਵਿੱਚ ਲਾਲਚ ਵੀ ਦਿੱਤੀ ਹੋਈ ਵਸਤੂ ਮੈਨੂੰ ਵਾਪਸ ਮਿਲ ਜਾਏ। ਹਰ ਬੰਦਾ ਜੇ ਕੁਝ ਦੇ ਰਿਹਾ ਤੇ ਉਹਦੇ ਪਿੱਛੇ ਉਹਦੀ ਕੋਈ ਮਨਸਾ ਹੈ। ਜੇ ਕੋਈ ਗੁਰਦੁਆਰੇ ਦੇ ਅੰਦਰ ਦਾਨ ਕਰ ਰਿਹਾ, ਸੱਚ ਜਾਣੇ ਸਾਧ ਸੰਗਤ, ਉਹਦੇ ਮਨ ਵਿੱਚ ਮਨਸਾ ਹੈ, ਮੈਂ ਇੰਨਾ ਦਾਨ ਦਿੱਤਾ ਇਹਦੇ ਬਦਲੇ ਮੇਰਾ ਕਾਰੋਬਾਰ ਚੰਗਾ ਚੱਲ ਜਾਏ। ਮੈਂ ਜੇ 10 ਲੱਖ ਦਿੱਤਾ ਤੇ ਇਹਦੇ ਬਦਲੇ ਵਿੱਚ ਮੈਨੂੰ ਕਰੋੜਾਂ ਮਿਲ ਜਾਣ, ਮੇਰੇ ਸਤਿਗੁਰ ਦੀ ਕਿਰਪਾ ਹੋ ਜਾਏ। ਮਾਲਕ ਵੇਖ ਰਿਹਾ ਮੈਂ ਦਿੱਤਾ ਇੰਨਾ ਦਾਨ। ਦਾਨ ਦੇਣ ਵਾਲੇ ਹਰ ਬੰਦੇ ਦੇ ਮਨ ਅੰਦਰ ਇੱਕ ਲਾਲਸਾ ਹੈ, ਪਰ ਪਾਤਸ਼ਾਹ ਕਹਿੰਦੇ ਨੇ, ਸਤਿਆ ਮਨ ਸੰਤੋਖ ਉਪਜੈ। ਦੇਣਾ ਪਰ ਸਤੀਆਂ ਦੇ ਮਨ ਵਿੱਚ, ਦਾਤਾ ਦੇ ਮਨ ਵਿੱਚ, ਜਿਹੜੇ ਦੇਣ ਵਾਲੇ ਨੇ ਉਹਨਾਂ ਦੇ ਮਨ ਵਿੱਚ ਭਾਵਨਾ ਹੈ। ਪਰ ਦੇਣਾ ਕੇ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ। ਦੇ ਕੇ ਦਿੰਦੇ ਨੇ ਪਰ ਮੰਗਦੇ ਨੇ। ਦੇ ਦੇ ਮੰਗੈ ਸਹਿਸਾ ਗੁਣਾ, ਸ਼ੋਭ ਕਰੇ ਸੰਸਾਰ। ਚਲੋ ਜੇ ਇਹ ਨਾ ਹੋਵੇ ਵੀ ਮੰਗਣਾ ਕੁਝ ਨਹੀਂ, ਪਰ ਕਈ ਵਾਰੀ ਇਹ ਹੁੰਦੀ ਲਾਲਸਾ ਵੀ ਦਿੱਤਾ ਤੇ ਮੇਰੀ ਸ਼ੋਭਾ, ਮੇਰੀ ਵਡਿਆਈ ਜਗਤ ਕਰਨ। ਵੇਖੋ ਰਾਜਨੀਤਿਕ ਬੰਦੇ ਜਦੋਂ ਸਾਧ ਸੰਗਤ ਕਿਸੇ ਦੇ ਘਰ ਦੇ ਅੰਦਰ ਜਾ ਕੇ ਫ੍ਰੀ ਵਿੱਚ ਦਾਲ ਚਾਵਲ ਆਟਾ ਵੰਡ ਰਹੇ ਹੁੰਦੇ ਨੇ, ਇਹਦਾ ਮਤਲਬ ਇਹ ਨਹੀਂ ਵੀ ਉਹ ਬੜੇ ਵੱਡੇ ਦਾਤੇ ਨੇ। ਉਹਨਾਂ ਦੇ ਮਨ ਵਿੱਚ ਮਨਸਾ ਹੈ ਵੀ ਜਿੱਦਣ 5 ਸਾਲ ਦਾ ਰਾਜ ਭੋਗਣ ਨੂੰ ਮਿਲੇਗਾ, ਫਿਰ ਇਹ ਸਾਰੀਆਂ ਚੀਜ਼ਾਂ ਆਪਾਂ ਉਸ ਤੋਂ ਵਸੂਲ ਕਰ ਲਵਾਂਗੇ। ਦੇ ਰਹੇ ਨੇ ਪਰ ਦੇਣ ਦੇ ਬਾਅਦ ਇੱਕ ਮਨਸਾ ਹੈ, ਇੱਕ ਆਸ ਹੈ ਮਨ ਵਿੱਚ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਇਸ ਕਰਕੇ ਵੱਡਾ ਦਾਤਾ ਹੈ ਕਿਉਂਕਿ ਉਹਦਾ ਸੁਭਾਅ ਵਿੱਚ ਸਿਰਫ ਦੇਣਾ ਹੀ ਹੈ, ਉਹਦੇ ਸੁਭਾਅ ਵਿੱਚ ਲੈਣਾ ਹੈ ਹੀ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਬਚਨ ਤੁਸੀਂ ਬਾਣੀ ਵਿੱਚ ਪੜ੍ਹਦੇ ਹੋ। ਪਾਤਸ਼ਾਹ ਜੀ ਕਹਿੰਦੇ ਨੇ ਉਸ ਦਾਤੇ ਦੀ ਵਡਿਆਈ ਇਸ ਕਰਕੇ ਹੈ ਕਿਉਂਕਿ ਪਾਤਸ਼ਾਹ ਕਹਿੰਦੇ ਨੇ ਉਹਦੇ ਸੁਭਾਅ ਵਿੱਚ ਸਿਰਫ ਦੇਣਾ ਹੈ। ਪਾਤਸ਼ਾਹ ਕਹਿੰਦੇ ਨੇ ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਉਹ ਦੇ ਕੇ ਕਦੇ ਪਛਤਾਉਂਦਾ ਨਹੀਂ ਕਿਉਂਕਿ ਉਹਨੂੰ ਲੈਣ ਦਾ ਤਮਾ ਹੀ ਨਹੀਂ। ਖਿਆਲ ਕਰਿਓ, ਦੇ ਕੇ ਪਛਤਾਵਾ ਉਸੇ ਬੰਦੇ ਨੂੰ ਹੁੰਦਾ ਹੈ ਜਿਹੜਾ ਦੇ ਕੇ ਹੁਣ ਸੋਚੇ ਵੀ ਮੈਨੂੰ ਮਿਲੇਗਾ ਕਿਦੋਂ। ਤੇ ਖਿਆਲ ਕਰਿਓ, ਮਿਲੇਗਾ ਜਦੋਂ ਉਸ ਵੇਲੇ ਪਹਿਲਾਂ ਹੀ ਤੈਅ ਕਰ ਲੈਂਦਾ ਵੀ ਇੰਨੀ ਵਧਾ ਕੇ ਲੈਣੀ ਹੈ। ਜੇ 2000 ਦਿੱਤਾ ਹੈ ਤੇ ਮੈਨੂੰ ਸਾਲ ਬਾਅਦ ਦੇਗਾ ਤੇ ਮੈਂ ਇਹਦੇ ਬਦਲੇ ਵਿੱਚ 3 ਲੈਣਾ ਹੈ। ਪਹਿਲਾਂ ਹੀ ਸਾਈਆਂ ਵਧਾਈਆਂ ਹੋ ਗਈਆਂ। ਪਰ ਜਿੱਥੇ ਇਹ ਨਹੀਂ ਉੱਥੇ ਅੱਗੇ ਦੀ ਕੋਈ ਲਾਲਸਾ ਹੁੰਦੀ, ਚਲੋ ਇੱਥੇ ਦਾਨ ਕੀਤਾ ਅੱਗੇ ਰੱਬ ਦੇ ਘਰ ਮੈਨੂੰ ਸੁਰਖਰੂਤਾ ਮਿਲ ਜਾਏਗੀ। ਸਤਿਗੁਰ ਕਹਿੰਦੇ ਨੇ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਭਾਵਨਾ ਹੈ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਹ ਏਡਾ ਵੱਡਾ ਦਾਤਾ ਹੈ, ਸਤਿਗੁਰ ਕਹਿੰਦੇ ਨੇ ਉਹਨੂੰ ਤਿਲ ਜਿੰਨਾ ਤਮਾ ਨਹੀਂ। ਉਹ ਸਿਰਫ ਉਹਦੇ ਸੁਭਾਅ ਵਿੱਚ ਸਿਰਫ ਦੇਣਾ ਹੈ, ਉਹਦੇ ਸੁਭਾਅ ਵਿੱਚ ਲੈਣਾ ਹੈ ਹੀ ਨਹੀਂ। ਇਸੇ ਕਰਕੇ ਬਾਬਾ ਨਾਨਕ ਜੀ ਕਹਿੰਦੇ ਨੇ ਕੇਤੇ ਮੰਗੈ ਜੋਧ ਅਪਾਰ। ਸਾਹਿਬ ਕਹਿੰਦੇ ਨੇ ਕਿੰਨੇ ਹੀ ਮੰਗ ਰਹੇ ਨੇ। ਜੋਧ, ਜੋਧ ਦਾ ਅਰਥ ਹੈ ਅਣਗਿਣਤ ਸੂਰਮੇ। ਅਪਾਰ ਦਾ ਮਤਲਬ ਹੈ ਅਣਗਿਣਤ, ਜਿਨ੍ਹਾਂ ਦੀ ਗਿਣਤੀ ਨਹੀਂ, ਜਿਨ੍ਹਾਂ ਦਾ ਪਾਰ ਦਾ ਕੋਈ ਬੰਨਾ ਨਹੀਂ। ਜੋਧ ਦਾ ਮਤਲਬ ਹੈ ਸੂਰਮਾ। ਸਤਿਗੁਰ ਕਹਿੰਦੇ ਨੇ ਕਿੰਨੇ ਹੀ ਸੂਰਮੇ ਨੇ ਜਿਹੜੇ ਪ੍ਰਮਾਤਮਾ ਦੇ ਦਰ ਤੋਂ ਮੰਗ ਰਹੇ ਨੇ। ਪਰ ਧਿਆਨ ਦੇਣਾ, ਹੁਣ ਸੂਰਮੇ ਨੇ ਕੀ ਮੰਗਣਾ ਹੈ? ਬਲ ਮੰਗਣਾ ਹੈ ਨਾ। ਹੁਣ ਬਲ ਵੀ ਉਹਦੀ ਦਾਤ ਹੈ। ਖਿਆਲ ਕਰਿਓ ਸਾਧ ਸੰਗਤ, ਸਿਰਫ ਪਦਾਰਥ ਨਹੀਂ,
मैं कई बारी बेनती करना भी जे बंदा कि सिर्फ पदार्थ, हुण किसी इंसान कोलों पदार्थ बहुत होण पर जदों उनका संसार ते पैदाइश हुई, ख्याल करियो हुण उन्होंने उनदे कोल चलण दी समर्था नहीं, पै तुरन दी समर्था नहीं, हत्थां नाल करन दी समर्था ना होवे, अखां तो वेखण दी समर्था ना होवे, या कन्नां तो सुनण दी समर्था ना होवे, या शरीर दे विच बल ना होवे, ते ख्याल करो उहदियां इन्नियां दातां किस काम दियां। जे दातां नहीं हुंदियां ते शरीर भी उहदी एक दात है। ते ख्याल करियो सब कहंदे ने जिहड़े योधे सूरमे मैदाने जंग विच जूझ रहे ने, वो बल भी उहदे कोलों ही लै रहे ने, उहदे कोलों ही मंगदे ने भी सतगुरु मैनू इन्ना बल दी, मैं मैदान विचों जित के आवां। मैनू महाराजा रणजीत सिंह जी के जीवन की घटना चेते आ गई, मैं जरूर सांझी करदा जावां साध संगत। इतिहास लिखदा भी महाराजा रणजीत सिंह एक बारी मुल्तान की जंग विच जान लगे, रस्ते चों जांदियां वो एक थां ते रुके गुरु घर दे अंदर। उन्होंने रस्ते चों जांदियां देखिया भी स्थान बने, गुरुद्वारा बने। उन्होंने पता लगा भी किसी ने दसिया, सूझवान ने जिहड़े उनके महाराजा रणजीत सिंह जी के गुप्तचर सन, भी इस स्थान ते जिहड़ा मनुख सेवा निभाउंदा है उनका नाम भाई बुद्धू जी है। भाई बुद्धू साहब लोग उन्होंने कहते हैं, पर वो है बड़ा करनी दा वाला पुरख। वो जो कह दे सच हो जाता है। उनके जीवन दे विच बड़ी निमरता, हलीमी, मिठास है। महाराजा रणजीत सिंह जी मैदाने जंग विच जाण तो पहला उत्थे रुके, अंदर मत्था टेकन गए ते जाके कहंदे ने मैं भाई बुद्धू साहिब जी नूं मिलना है। ते जिन्हों उन्होंने बचन कहे ना बुद्धू साहिब जी नूं मिलना है, वो महाराजा रणजीत सिंह जी की बांह फड़ के गुरु ग्रंथ साहिब जी के चरणों विच लै गए। उत्थे जाके कहंदे ने महाराजा रणजीत सिंह नूं कहन लगे, बुद्धू मैं आ ते तू कहना से साहिब साहिब आ ने, तू कहना से बुद्धू साहिब नूं मिलना नहीं, बुद्धू मैं आ साहिब आ ने, बुद्धू साहिब नहीं आ ने साहिब जिहड़े सारी दातां नूं दुनिया नूं दातां देण वाले ने। महाराजा रणजीत सिंह ने आख्या भी मेरी एक अरदास करो, मैं मुल्तान की जंग विच जा रहा, अरदास करो भी मैं मैदान विचों जित के आवां, फतेह प्राप्त करके आवां। भाई बुद्धू जी ने महाराजा सत की गल सुन के गुरु ग्रंथ साहिब जी के चरणों में अरदास की भी सतगुरु तुहाडे दर दा चाकर, तुहाडे दर दा नौकर, तुहाडे दर दा सेवक, तुहाडे दर दा मंगता तुहाडे चरणों दे विचों खैर मंग रहा है, दात मंग रहा है। सतगुरु जी मैदाने जंग विच जूझण जा रहा, तुसी फतेह आबी देनी। ते जिदन जित के आए महाराजा रणजीत सिंह फिर उस स्थान ते रुके। मैं जिहड़ी गल कहना चाहना भी वड्डा दाता तिल ना तमाए। फिर उस स्थान ते रुके, मत्था टेकन गए ते भाई बुद्धू जी नूं कहन लगे, बुद्धू जी तुहाडी किरपा दे नाल गुरु ग्रंथ साहिब जी के चरणों में तुसी अरदास कीती ते मैदाने जंग विच फतेह मिली है। हुण किरपा करो दसो मैनूं भी तुहानूं इस स्थान लई चाहीदा की है, तुहाडे नाम ते कोई जगीर ला दीए, तुहानूं कुछ चाहिदा होवे, इस स्थान लई कुछ चाहिदा होवे। ते बुद्धू जी ने एक भाई बुद्धू जी ने एक गल आखी, कहन लगे सतगुरु गुरु ग्रंथ साहिब पातशाह जी के चरणों दे विच खड़े सन, हाथ जोड़ के साहिबां दे चरणों विच बेनती कर लगे, सतगुरु जी महाराजा रणजीत सिंह जी नूं समत बख्शो। ये वेखो जिदन गया सी तुहाडे दर ते मंगता बन के आया सी, अज मैदाने जंग विच तुहाडी किरपा नाल जित प्राप्त करके ते अज दाता बन गए। मेरे सतगुरु जी अज दाता बन, सच विच मनुख कोलों चार दमड़े होण, ये अपने आप नूं दाता अखवाना शुरू कर दिंदा, मैं दे रहा। देखो इन्नी संसार दे अंदर चीज़ां दित्तियां जा रहीआं ने, बड़ियां वड्डियां वड्डियां संस्थावां बन गईयां, बड़े वड्डे वड्डे चैरीटेबल बन गए, पर साचे हर एक कर्म दे पिछे बंदे दी कुछ मनसा है। पर जिथे मनसा नहीं ख्याल करे उथे एक वड्याई दी भुख हुंदी है भी लोग मेरी वड्याई करन, शोभा करन। तां ही सब कहंदे ने मंगदा है सहसा गुना, ते फिर ये भी कहंदा शोभ करे संसार। अज बाबा नानक जी कहंदे ने केते मंगे जोध अपार। सतगुर किन्ने ही जोधे सूरमे, अपार का मतलब है अनगिणत, अनगिणत सूरमे तेरे चरणों दे विचों दाता मंग रहे ने, बल मंग रहे ने मैदाने जंग विच जूझण दे लई। फिर पातशाह जी कहंदे ने केतियां गणत नहीं विचार। सतगुर जी वो किन्ने ने, उन्हां दी गिणती कीती नहीं जा सकती, उन्हां नूं गिणिया नहीं जा सकदा। केतियां गणत नहीं विचार,
ਪਾਤਸ਼ਾਹ ਜੀ ਉਹ ਮੰਗਣ ਵਾਲੇ ਕਿੰਨੇ ਨੇ, ਇਹ ਕੋਈ ਗਿਣਤੀ ਹੈ ਸਾਧ ਸੰਗਤ? ਭਾਵੇਂ ਕੋਈ ਕਿਸੇ ਧਰਮ ਦੇ ਅੰਦਰ ਵੀ ਪੈਦਾ ਹੋਇਆ ਹੈ, ਪਰ ਆਖਰ ਨੂੰ ਤੇ ਹਰ ਬੰਦਾ, ਹਰ ਇਨਸਾਨ ਮੰਗ ਰਿਹਾ ਹੈ। ਸੱਚ ਹੈ, ਮਾਲਕ ਦੀ ਬਣਾਈ ਸਮੁੱਚੀ ਖਲਕਤ ਦੇ ਅੰਦਰ ਹਰ ਜੀਵ ਉਹਦੇ ਚਰਨਾਂ ਦੇ ਵਿੱਚੋਂ ਦਾਤਾ ਮੰਗ ਰਿਹਾ ਹੈ। ਪਸ਼ੂ ਪੰਛੀ ਜੀਵ ਜੰਤੂ ਸਭ ਮੰਗ ਰਹੇ ਨੇ। ਫਰਕ ਇਹਨਾਂ, ਸਾਨੂੰ ਬੰਦੇ ਦੀ ਬੋਲੀ ਸਮਝ ਆ ਜਾਂਦੀ, ਪਰ ਉਹਨਾਂ ਦੀ ਸਮਝ ਕੋਈ ਨਹੀਂ ਆਉਂਦੀ। ਪਰ ਦਇਆ ਉਹਦੇ ਕੋਲ ਹੀ। ਸਤਿਗੁਰ ਕਹਿੰਦੇ ਨੇ ਸਭ ਕਿੰਨੇ ਨੇ, ਗਿਣਤੀ ਨੇ ਕੀਤਿਆਂ ਗਣਤ ਨਹੀਂ, ਵਿਚਾਰ ਕੀਤੇ ਖੱਪ ਟੁੱਟੇ ਵਿਕਾਰ। ਕਈ ਜੀਵ ਸਤਿਗੁਰ ਕੇ ਨਿਰਤੀਆਂ ਦਾਤਾਂ ਵਰਤਦੇ ਨੇ, ਪਰ ਵਿਕਾਰਾਂ ਵਿੱਚ ਖੱਪ ਖੱਪ ਕੇ ਨਾਸ਼ ਹੋ ਜਾਂਦੇ ਨੇ। ਖੱਪ ਟੁੱਟੇ ਵਿਕਾਰ, ਖੱਪ ਦਾ ਮਤਲਬ ਹੈ ਖੱਪ ਕੇ, ਖੱਪ ਦੇ ਪੱਪੇ ਨੂੰ ਸਿਹਾਰੀ ਸਾਧ ਸੰਗਤ ਸੰਬੰਧ ਕੀ ਸ਼ਬਦ ਹੈ। ਖੱਪ ਕੇ, ਟੁੱਟਣ ਦਾ ਭਾਵ ਹੋਣਾ ਟੁੱਟਣਾ, ਭਾਵ ਖੱਪ ਖੱਪ ਕੇ ਨਾਸ਼ ਹੋ ਜਾਣਾ। ਵਿਕਾਰ ਦਾ ਮਤਲਬ ਹੈ ਵਿਕਾਰਾਂ ਦੇ ਵਿੱਚ। ਦਾਤ ਮਿਲ ਜਾਏ ਸਾਧ ਸੰਗਤ, ਸੰਭਾਲਣੀ ਵੀ ਵਿਰਲਿਆਂ ਨੂੰ ਆਉਂਦੀ ਹੈ। ਨਹੀਂ ਤੇ ਬੜੇ ਬੰਦੇ ਨੇ ਸੰਸਾਰ ਅੰਦਰ। ਵੇਖੋ ਅੱਜ ਆਪਾਂ ਸਾਧ ਸੰਗਤ ਜਦੋਂ ਸੰਸਾਰ ਦਾ ਪਸਾਰਾ ਵੇਖਨੇ ਆ, ਇਹ ਗੱਲ ਚੇਤੇ ਰੱਖਿਓ, ਇਹਨਾਂ ਜਿਹੜੇ ਬਾਹਰ ਮੁਖੀ ਆ ਇੰਨੇ ਸਥਾਨ ਬਣੇ ਨੇ ਜਿੱਥੇ ਬੰਦਾ ਸਾਰੀ ਸਾਰੀ ਰਾਤ ਬੈਠਦਾ ਜਾ ਕੇ। ਇਹ ਪੱਬ, ਇਹ ਕਲੱਬ, ਇਹ ਜੂਏ ਖਾਨੇ, ਇਹ ਜਿੱਥੇ ਬੰਦਾ ਬੈਠ ਕੇ ਸ਼ਰਾਬਾਂ ਪੀ ਰਿਹਾ। ਮੈਨੂੰ ਸੱਚ ਦੱਸੋ ਵੀ ਇਹਨਾਂ ਵਿੱਚ ਬੈਠਾ ਹੋਇਆ ਬੰਦਾ ਕੀ ਕੋਈ ਸਧਾਰਨ ਬੰਦਾ ਹੈ ਸਾਧ ਸੰਗਤ? ਇਹਨਾਂ ਵਿੱਚ ਬੈਠਾ ਕੋਈ ਗਰੀਬੜਾ ਹੈ ਜੀ, ਜਿਹਨੇ ਸਵੇਰੇ ਉੱਠ ਕੇ ਫਿਰ ਮਿਹਨਤ ਮਸ਼ੱਕਤ ਕਰਕੇ ਰੋਟੀ ਖਾਣੀ ਹੈ? ਨਹੀਂ, ਇਹਨਾਂ ਵਿੱਚ ਬੈਠੇ ਉਹ ਲੋਕ ਨੇ ਜਿਨ੍ਹਾਂ ਕੋਲੋਂ ਮਾਇਆ ਦੀ ਬਹੁਤਾਤ ਹੈ, ਪਰ ਇਸ ਮਾਇਆ ਦੀ ਬਹੁਤਾਤ ਨੇ ਉਹਨਾਂ ਨੂੰ ਜੀਵਨ ਜਿਉਣ ਦਾ ਸਲੀਕਾ ਭੁਲਾ ਦਿੱਤਾ ਹੈ, ਉਹਨਾਂ ਨੂੰ ਜੀਵਨ ਜਿਉਣ ਦਾ ਢੰਗ ਭੁਲਾ ਦਿੱਤਾ ਹੈ। ਇਸੇ ਕਰਕੇ ਬਾਬਾ ਨਾਨਕ ਜੀ ਕਹਿੰਦੇ ਨੇ ਕਿੰਨੇ ਹੀ ਨੇ ਦਾਤਾਰ ਪਿਤਾ ਜੀ, ਖੱਪ ਟੁੱਟੇ ਵਿਕਾਰ, ਜਿਨ੍ਹਾਂ ਨੂੰ ਦਾਤਾਂ ਦੀ ਬਹੁਤਾਤ ਮਿਲੀ, ਪਰ ਇਸ ਨਾਲ ਬਹੁਤੀਆਂ ਦਾਤਾਂ ਦੇ ਅੰਦਰ ਖੱਪ ਕੇ ਖੁਆਰ ਹੋ ਕੇ, ਟੁੱਟਣ ਦਾ ਭਾਵ ਹੈ ਟੁੱਟ ਜਾਣਾ, ਖੁਆਰ ਹੋ ਜਾਣਾ। ਕਿੰਨੇ ਹੀ ਨੇ ਸਤਿਗੁਰ ਜਿਹੜੇ ਵਿਕਾਰਾਂ ਵਿੱਚ ਖੱਪ ਰਹੇ ਨੇ। ਉਹਨਾਂ ਖੱਪਣ ਵਾਲਿਆਂ ਦੀ ਵੀ ਕੋਈ ਗਿਣਤੀ ਨਹੀਂ। ਕਿਤੇ ਖੱਪ ਟੁੱਟੇ ਵਿਕਾਰ, ਕਿਤੇ ਲੈ ਮੁੱਕਰ ਪਾਹੇ। ਸਤਿਗੁਰ ਕਿੰਨੇ ਨੇ ਜਿਹੜੇ ਦਾਤਾਂ ਲੈ ਲੈਂਦੇ ਨੇ, ਪਰ ਲੈ ਕੇ ਕਦੀ ਸ਼ੁਕਰ ਨਹੀਂ ਕਰਦੇ। ਮੁੱਕਰ ਪਾਏ ਦਾ ਮਤਲਬ ਹੁੰਦਾ ਮੁੱਕਰ ਜਾਣਾ, ਕਿਸੇ ਗੱਲ ਨੂੰ ਕਹਿ ਕੇ ਉਹਦੇ ਤੋਂ ਮੂੰਹ ਫੇਰ ਲੈਣਾ, ਉਹਨੂੰ ਕਹਿੰਦੇ ਨੇ ਮੁੱਕਰ ਜਾਣਾ। ਪਰ ਸਤਿਗੁਰ ਕਹਿੰਦੇ ਨੇ ਇੱਥੇ ਮੁੱਕਰਨ ਦਾ ਭਾਵ ਹੈ ਅਕਿਰਤ ਘਣਤਾ ਵਿੱਚ। ਦਾਤਾਂ ਦਾਤੇ ਕੋਲੋਂ ਲੈ ਰਹੇ ਨੇ, ਪਰ ਅਕਿਰਤ ਘਣ ਇੰਨੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਬਾਬਾ ਨਾਨਕ ਜੀ ਕਹਿੰਦੇ ਨੇ ਜਿੰਨੀਆਂ ਦਾਤਾਂ ਲੈ ਰਹੇ ਨੇ ਉਹਨੂੰ ਕਦੀ ਚੇਤੇ ਨਹੀਂ ਕਰਦੇ। ਕਿੰਨੇ ਨੇ ਸਤਿਗੁਰ ਕਹਿੰਦੇ ਨੇ ਜਿਹੜੇ ਇਸ ਅਕਿਰਤ ਘਣਤਾ ਵਿੱਚ ਜੀ ਰਹੇ ਨੇ, ਜਿਨ੍ਹਾਂ ਦੇ ਅੰਦਰ ਸਿਰਫ ਇਹ ਅਕਿਰਤ ਘਣਤਾ ਹੈ। ਇਸੇ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਨੇ ਆਖਿਆ ਸੀ, ਭਾਰੇ ਪੂਈ ਅਕਿਰਤ ਕਣ ਮੰਦੀ ਹੂੰ ਮੰਦੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ, ਨਾ ਤਿਸ ਭਾਰੇ ਕੋਟ ਗੜ ਨਦਵਾ ਵਹਾਂਦੇ। ਕਿੰਨੇ ਨੇ ਸਤਿਗੁਰ ਕਹਿੰਦੇ ਨੇ ਵੱਡੇ ਵੱਡੇ ਨਦੀਆਂ, ਨਾਲੇ, ਕਿਲੇ, ਪਹਾੜ, ਪਰ ਕੋਈ ਚੀਜ਼ ਧਰਤੀ ਨੂੰ ਭਾਰ ਨਹੀਂ ਵਿਆਪਦੀ। ਪਰ ਧਰਤੀ ਨੇ ਰੱਬ ਦੇ ਚਰਨਾਂ ਵਿੱਚ ਪੁਕਾਰ ਕਰਕੇ ਆਖਿਆ, ਰੱਬਾ ਇਹਨਾਂ ਅਕਿਰਤ ਘਣਾਂ ਨੂੰ ਮੇਰੇ ਤੋਂ ਚੁੱਕ ਲੈ, ਕਿਉਂਕਿ ਇਹ ਸਭ ਤੋਂ ਵੱਡਾ ਭਾਰ ਹੈ। ਚੇਤੇ ਰੱਖਿਓ ਸਾਧ ਸੰਗਤ, ਪਿਓ ਦੀਆਂ ਚਰਨਾਂ ਦੇ ਵਿੱਚੋਂ ਦਾਤਾਂ ਲੈ ਕੇ ਬੱਚਾ ਸਮਰੱਥ ਬਣੇ, ਤੇ ਜਿੱਦਣ ਬਣੇ ਕਿਸੇ ਕਾਬਲ ਹੋਵੇ, ਚੰਗੀ ਨੌਕਰੀ ਪੋਸਟ ਚੰਗੇ ਥਾਂ ਤੇ ਪਹੁੰਚ ਜਾਏ, ਉਦਨ ਪਿਓ ਦੇ ਤੇ ਮਾਂ ਦੇ ਉਪਕਾਰ ਵਿਸਾਰ ਕੇ ਆਖੇ ਵੀ ਨਾ ਮੈਨੂੰ ਦਿੱਤਾ ਹੀ ਕੀ ਹੈ। ਖਿਆਲ ਕਰਿਓ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਇਹੋ ਜਿਹੇ ਅਕਿਰਤ ਕਣ ਬੰਦੇ ਨੂੰ ਰੱਬਾ ਇਸ ਧਰਤੀ ਤੋਂ ਚੁੱਕ ਲੈ। ਇਹ ਹੈ ਅਕਿਰਤ ਘਣਤਾ। ਇਹ ਤੇ ਬਾਹਰ ਮੁਖੀਏ ਸਾਧ ਸੰਗਤ। ਅਸੀਂ ਪਰਮਾਤਮਾ ਕੋਲੋਂ ਸਭ ਕੁਝ ਲੈ ਕੇ, ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਤੂੰ ਚੇਤਾ ਤੇ ਕਰ, ਤੂੰ ਕਿਉਂ ਨਹੀਂ ਉਹਨੂੰ ਯਾਦ ਕਰਦਾ। ਕੀਤੇ ਲੈ ਮੁੱਕਰ ਪਾਹੇ, ਕੀਤੇ ਮੂਰਖ ਖਾਹੀ ਖਾਏ। ਕੀਤੇ ਕਿੰਨੇ ਨੇ ਸਤਿਗੁਰ ਕਹਿੰਦੇ ਨੇ ਜਿਹੜੇ ਮੂਰਖ ਦਾ ਮਤਲਬ ਹੈ ਮੂੰਹ ਨੂੰ ਸਾਹਮਣੇ ਰੱਖਣ ਵਾਲੇ। ਖਾਹੀ ਖਾਹੇ, ਸਿਰਫ ਸਤਿਗੁਰ ਤੇਰੇ ਦਰ ਤੋਂ ਪਦਾਰਥ ਲੈ ਕੇ ਖਾ ਰਹੇ ਨੇ, ਪਰ ਜਦੋਂ ਸ਼ੁਕਰ ਕਰਨ ਦੀ ਗੱਲ ਆਉਂਦੀ ਉਦੋਂ ਆਪਣੀ ਵਡਿਆਈ ਚਾਹੁੰਦੇ ਨੇ, ਆਪਣੀ ਸ਼ੋਭਾ ਚਾਹੁੰਦੇ ਨੇ, ਆਪਣੇ ਆਪੇ ਨੂੰ ਜਤਾਣਾ ਚਾਹੁੰਦੇ ਨੇ। ਉਦੋਂ ਮੇਰੇ ਸਤਿਗੁਰ ਜੀ ਪਰਮਾਤਮਾ ਦੀ ਵਡਿਆਈ ਕਰਤੇ ਦੇ ਉਪਕਾਰ ਵਿਸਰ ਜਾਂਦੇ ਨੇ, ਉਦੋਂ ਦੇਣ ਵਾਲਾ ਵਿਸਰ ਜਾਂਦਾ ਹੈ। ਤਾਂ ਹੀ ਸਤ ਕਹਿੰਦੇ ਨੇ ਕੀਤਿਆਂ ਦੁੱਖ ਭੂਖ ਸਦਮਾਰ। ਕਿੰਨੇ ਹੀ ਨੇ ਜਿਹੜੇ ਦੁੱਖ ਭੁੱਖ ਦੀ ਸਦਾ ਮਾਰ ਖਾ ਰਹੇ ਨੇ। ਸਦ ਦਾ ਮਤਲਬ ਹੈ ਸਦਾ, ਮਾਰ ਦਾ ਮਤਲਬ ਹੈ ਮਾਰ ਖਾਣਾ। ਕਿੰਨੇ ਹੀ ਨੇ ਸਭ ਕਹਿੰਦੇ ਨੇ ਜਿਹੜੇ ਦੁੱਖਾਂ ਵਿੱਚ ਭੁੱਖਾਂ ਵਿੱਚ ਜੀਵਨ ਗੁਜ਼ਾਰੇ ਨੇ ਸਦਾ ਹੀ। ਉਹਨਾਂ ਦਾ ਜੀਵਨ ਜਨਮ ਤੋਂ ਲੈ ਕੇ
ਧਿਆਨ ਦੇਣਾ ਸਾਧ ਸੰਗਤ, ਮਰਨ ਤੱਕ ਦੁੱਖਾਂ ਤੇ ਭੁੱਖਾਂ ਦੇ ਵਿੱਚ ਜੀਵਨ ਨਿਕਲਦਾ। ਕਿੰਨੇ ਨੇ ਐਸੇ ਜਿਨ੍ਹਾਂ ਦੇ ਜੀਵਨ ਵਿੱਚ ਬਦਲਾਅ ਹੀ ਕਦੀ ਨਹੀਂ ਆਉਂਦਾ। ਇੱਕ ਮਨੁੱਖ ਹੁੰਦਾ ਹੈ ਸਾਧ ਸੰਗਤ, ਜਿਹਨੇ ਬਚਪਨ ਵਿੱਚ ਗਰੀਬੀ ਦੇਖੀ ਹੋਵੇ, ਵੱਡਾ ਹੋਇਆ ਮਿਹਨਤ ਮੁਸ਼ੱਕਤ ਕਰਕੇ ਕਿਸੇ ਮੁਕਾਮ ਤੇ ਪਹੁੰਚਿਆ, ਗਰੀਬੀ ਕੱਟ ਲਈ ਉਹਨੇ। ਇੱਕ ਬੰਦਾ ਉਹ ਜਿੰਦਾ ਬਚਪਨ ਵੀ ਗਰੀਬੀ ਵਿੱਚ, ਜਵਾਨੀ ਵੀ ਗਰੀਬੀ ਵਿੱਚ, ਬੁਢੇਪਾ ਵੀ ਗਰੀਬੀ ਵਿੱਚ। ਤੇ ਸਤਿਗੁਰ ਕਹਿੰਦੇ ਨੇ ਐਸੇ ਇੱਕ ਦੋ ਨਹੀਂ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿੰਨੇ ਹੀ ਨੇ, ਕਰੋੜਾਂ ਲੱਖਾਂ ਅਰਬਾਂ ਖਰਬਾਂ ਹੀ ਨੇ ਐਸੇ। ਪਾਤਸ਼ਾਹ ਕਹਿੰਦੇ ਨੇ ਇਹ ਬੇਦਾਤ ਤੇਰੀ ਦਾਤਾਰ ਪਰਦਾਤਾਰ ਪਿਤਾ, ਇਹ ਵੀ ਤੇਰੀ ਦਾਤ ਹੈ। ਜੇ ਸੱਚ ਵਿੱਚ ਇਹ ਦੁੱਖ ਭੁੱਖ ਦੀ ਮਾਰ ਨਾ ਹੋਵੇ ਤੇ ਸਤਿਗੁਰ ਫਿਰ ਤੇਰੇ ਸ਼ੁਕਰ ਵਿੱਚ, ਤੇਰੇ ਹੁਕਮ ਵਿੱਚ ਰਹਿਣ ਦੀ ਪ੍ਰੇਰਣਾ ਕਿੱਥੋਂ ਮਿਲੇ। ਇਹ ਬੰਦੇ ਨੂੰ ਦੁੱਖ ਭੁੱਖ ਦੀ ਮਾਰ ਹੀ ਪ੍ਰਮਾਤਮਾ ਦੇ ਹੁਕਮ ਵਿੱਚ ਰਹਿਣ ਦੀ ਸੋਝੀ ਦਿੰਦੀ ਹੈ। ਇੰਜ ਕਹਿ ਲਓ ਵੀ ਜੇ ਬਾਹਰ ਦੀ ਪੀੜਾ ਨਾ ਹੋਵੇ ਤੇ ਬੰਦੇ ਨੂੰ ਅੰਦਰੋਂ ਜੁੜਨ ਦਾ ਸਵਾਦ ਵੀ ਰੱਬ ਦੇ ਨਾਲ ਨਾ ਹੋਵੇ। ਇਹ ਰਸ ਤਾਂ ਹੀ ਪੈਦਾ ਹੁੰਦਾ ਹੈ, ਸੱਚ ਵਿੱਚ ਬੰਦੇ ਨੂੰ ਭੁੱਖ ਲੱਗੀ ਹੋਵੇ ਤੇ ਭੋਜਨ ਦਾ ਰਸ ਪੈਦਾ ਹੁੰਦਾ ਹੈ। ਸਭ ਕਹਿੰਦੇ ਨੇ ਜਦੋਂ ਦੁੱਖ ਦੀ ਪੀੜਾ ਸਤਾਉਂਦੀ ਹੈ ਨਾ, ਉਦੋਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਤੇ ਪ੍ਰਮਾਤਮਾ ਦੇ ਹੁਕਮ ਵਿੱਚ ਰਹਿਣ ਦੀ ਸੋਝੀ ਮਿਲਦੀ ਹੈ। ਤੇ ਜਦੋਂ ਉਹ ਸੋਝੀ ਮਿਲਦੀ ਹੈ ਫਿਰ ਜੋ ਸਵਾਦ ਉਹਦੇ ਵਿੱਚੋਂ ਆਉਂਦਾ ਹੈ, ਉਹ ਸੱਚ ਵਿੱਚ ਉਹ ਭੁੱਖੇ ਨੂੰ ਦਿੱਤੀ ਰੋਟੀ ਵਰਗਾ ਸਵਾਦ ਹੈ। ਸਤਿਗੁਰ ਤਾਂ ਹੀ ਕਹਿ ਰਹੇ ਨੇ ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ। ਇਹ ਮੇਰੇ ਸਤਿਗੁਰ ਜੀ ਤੇਰੀਆਂ ਇਹ ਜਿਹੜੀ ਬੰਦ ਖਲਾਸੀ ਹੈ, ਕਿਉਂਕਿ ਸਤਿਗੁਰ ਤੋਂ ਤੇਰੀਆਂ ਇਹਨਾਂ ਦਾਤਾਂ ਨੂੰ ਕੋਈ ਸੰਸਾਰ ਵਿੱਚ ਬਿਆਨ ਕਰ ਹੀ ਨਹੀਂ ਸਕਦਾ, ਕਿਉਂਕਿ ਤੂੰ ਬੜਾ ਵੱਡਾ ਦਾਤਾ ਹੈ। ਔਰ ਜੇ ਪਰਪੰਚ ਕਰਕੇ ਆਖੇ ਕੋਈ ਤੈਨੂੰ ਪਾ ਲਏ, ਤੇ ਬਾਬੇ ਨੇ ਤੇ ਉੱਥੇ ਵੀ ਆਖਿਆ ਨਾ ਤੂੰ ਆਵੇਂ ਵਸ ਬਹੁਤ ਘਿਨਾਵਣੇ, ਨਾ ਤੂੰ ਆਵੇਂ ਵਸ ਵੇਦ ਪੜਾਵਨੇ, ਨਾ ਤੂੰ ਆਵੇਂ ਵਸ ਤੀਰਥ ਨਹਾਈਏ, ਨਾ ਤੂੰ ਆਵੇਂ ਵਸ ਧਰਤੀ ਧਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣਪੇ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਨ ਤੇਰਾ। ਪਾਤਸ਼ਾਹ ਕਹਿੰਦੇ ਨੇ ਬੰਦ ਖਲਾਸੀ, ਇਹ ਜਿਹੜੇ ਬੰਧਨ ਨੇ, ਜਿਹੜੇ ਬੰਦੇ ਦੀ ਮਾਨਸਿਕਤਾ ਨੂੰ ਪਏ ਹੋਏ ਨੇ, ਜਿਨ੍ਹਾਂ ਕਰਕੇ ਇਹਨੂੰ ਰੱਬ ਦਾ ਸ਼ੁਕਰ ਭੁੱਲਿਆ ਹੈ, ਪਰਮਾਤਮਾ ਦੇ ਹੁਕਮ ਵਿੱਚ ਰਹਿਣ ਦੀ ਦਾਤ ਭੁੱਲੀਏ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹਨਾਂ ਬੰਧਨਾਂ ਤੋਂ ਖਲਾਸੀ ਸਤਿਗੁਰੂ, ਇਹ ਖਲਾਸੀ ਵੀ ਤੇਰੀ ਰਜ਼ਾ ਵਿੱਚ ਹੋਏਗੀ, ਤੇਰੇ ਭਾਣੇ ਵਿੱਚ ਹੋਏਗੀ। ਭਾਵ ਜਦੋਂ ਤੇਰੀ ਰਜ਼ਾ ਵਿੱਚ ਤੁਰਾਂਗੇ, ਜਦੋਂ ਸਤਿਗੁਰ ਆ ਦੁੱਖ ਭੁੱਖ ਦੀਆਂ ਜੰਜੀਰਾਂ ਤਾਂ ਹੀ ਕੱਟੀਆਂ ਜਾਣਗੀਆਂ ਜਦੋਂ ਤੇਰੀ ਰਜ਼ਾ ਦੀ ਸਮਝ ਆ ਜਾਏਗੀ। ਫਿਰ ਅਸਲ ਵਿੱਚ ਸਮਝ ਆ ਜਾਏਗੀ ਦੁੱਖ ਨਹੀਂ ਸਭ ਸੁਖ ਹੀ ਹੈ ਰੇ, ਹਾਰ ਨਹੀਂ ਸਭ ਜੀਤੈ, ਬੁਰਾ ਨਹੀਂ ਸਭ ਭਲਾਈ ਹੈ ਰੇ। ਮੇਰੇ ਸਤਿਗੁਰ ਕੋਈ ਬੁਰਾ ਨਹੀਂ, ਤੇਰੇ ਹੁਕਮ ਵਿੱਚ ਸਤਿਗੁਰ ਸਭ ਭਲਾਈ ਭਲਾ ਹੈ, ਚੰਗਾ ਹੀ ਚੰਗਾ ਹੈ। ਗੁਰਦੇਵ ਪਿਤਾ ਜੀ ਇਸੇ ਕਰਕੇ ਕਹਿ ਰਹੇ ਨੇ ਹੋਰ ਆਖ ਨਾ ਸਕੇ ਕੋਈ। ਪਾਤਸ਼ਾਹ ਕਹਿੰਦੇ ਨੇ ਹੋਰ ਕਿਸੇ ਢੰਗ ਦੇ ਨਾਲ ਕਿ ਉਸ ਪਰਮਾਤਮਾ ਦੀਆਂ ਇਹਨਾਂ ਬਖਸ਼ਿਸ਼ਾਂ ਨੂੰ ਕਿਵੇਂ ਸਮਝਿਆ ਜਾਏ, ਜਾਂ ਇਹ ਬੰਦ ਖਲਾਸੀ ਕਿਵੇਂ ਪਾਈ ਜਾਏ। ਸਤਿਗੁਰ ਕਿਸੇ ਹੋਰ ਜੁਗਤ ਨਾਲ ਨਹੀਂ ਇਹ ਆਖਿਆ ਜਾ ਸਕਦਾ, ਕੋਈ ਹੋਰ ਬੰਦਾ ਕੋਈ ਜੁਗਤ ਨਹੀਂ ਦੱਸ ਸਕਦਾ। ਤੇ ਸਭ ਕਹਿੰਦੇ ਨੇ ਜੇ ਕੋ ਖਾਇਕ, ਤੇ ਜੇ ਕੋਈ ਆਖੇ ਵੀ ਮੈਂ ਦੱਸ ਦਿਆਂਗਾ, ਮੈਨੂੰ ਪਤਾ ਇਸ ਜੁਗਤ ਦਾ, ਤੇ ਸਤਿਗੁਰ ਕਹਿੰਦੇ ਨੇ ਜੇ ਕੋ ਖਾਇਕ ਆਖਣ ਪਾਏ, ਜੇ ਕੋਈ ਆਖੇ ਵੀ ਮੈਂ ਇਸ ਜੁਗਤ ਤੋਂ ਬਚਾ ਲਾਂਗਾ ਤੁਹਾਨੂੰ। ਅੱਜ ਦੁਨੀਆ ਅੰਦਰ ਸਾਧ ਸੰਗਤ ਦਾਅਵੇ ਕਰਨ ਵਾਲਿਆਂ ਦੀ ਕੋਈ ਤੋੜ ਥੋੜਾ ਹੈ। ਬੜੇ ਬੜੇ ਵੱਡੇ ਇਸ਼ਤਿਹਾਰ ਲੱਗੇ ਨੇ, ਬੱਸਾਂ ਚਲੇ ਜਾਓ, ਬੱਸ ਸਟੈਂਡਾਂ ਤੇ ਚਲੇ ਜਾਓ, ਰੇਲਵੇ ਸਟੇਸ਼ਨਾਂ ਤੇ ਚਲੇ ਜਾਓ, 100% ਸਾਡੇ ਕੋਲੋਂ ਤੁਹਾਡਾ ਸਮਾਧਾਨ ਹੈ, 2 ਮਿੰਟ ਵਿੱਚ ਕਰਾਂਗੇ, ਆ ਜਾਓ। ਸੱਚ ਵਿੱਚ ਗੁਰਮੁਖੋ ਕਦੀ ਤੁਸੀਂ ਪੁੱਛੋ ਜਿਹੜੇ ਕਹਿੰਦੇ ਨੇ ਤੁਹਾਨੂੰ ਵੀ ਤੁਹਾਡੀਆਂ ਲੜਾਈਆਂ ਦਾ ਸਮਾਧਾਨ ਕਰਾ ਦੇਵਾਂਗੇ, ਉਹਨਾਂ ਨੂੰ ਪੁੱਛਿਆ ਕਰੋ ਕਿ ਲੜਾਈਆਂ ਤੂੰ ਕਰਾਈਆਂ ਨੇ ਘਰ ਵਿੱਚ। ਜੇ ਲੜਾਈ ਅਸੀਂ ਕਰਨ ਵਾਲੇ ਆ, ਸਾਡੇ ਕਰਕੇ ਘਰ ਵਿੱਚ ਪੈਦਾ ਹੋਈ ਹੈ, ਤੇ ਉਹਨੂੰ ਮੁਕਾਵਾਂਗੇ ਵੀ ਅਸੀਂ, ਉਹਨਾਂ ਨੂੰ ਮੁਕਾ ਵੀ ਕੋਈ ਦੂਜਾ ਨਹੀਂ ਸਕਦਾ। ਸਾਧ ਸੰਗਤ ਜਿਹੜਾ ਕਲੇਸ਼ ਸਾਡੀਆਂ ਗੱਲਾਂ ਕਰਕੇ ਸਾਡੇ ਕਰਕੇ ਘਰ ਵਿੱਚ ਪਿਆ ਹੈ, ਉਹਨੂੰ ਕੋਈ ਦੂਜਾ ਨਹੀਂ ਦੂਰ ਕਰ ਸਕਦਾ। ਉਹ ਸਾਡੇ ਕੀਤਿਆਂ ਹੀ ਦੂਰ ਹੋਏਗਾ। ਜੇ ਸਾਡੇ ਮਨਾਂ ਦੇ ਅੰਦਰ ਵਖਰੇਵੇਂ ਨੇ, ਉਹ ਕਦੀ ਨਹੀਂ ਦੂਰ ਹੋ ਸਕਦਾ। ਤੇ ਗੁਰੂ ਪਾਤਸ਼ਾਹ ਜੀ ਇਸੇ ਕਰਕੇ ਕਹਿੰਦੇ ਨੇ ਜੇ ਕੋ ਖਾਇਕ ਆਖਣ ਪਾਏ, ਜੇ ਕੋਈ ਇਹ ਕਹਿੰਦਾ ਹੈ ਕਿ ਨਹੀਂ ਮੈਂ ਕਹਿ ਦਿਆਂਗਾ, ਮੈਂ ਕਵਾਂ ਮੇਰੇ ਕੀਤੇ ਨਾਲ ਹੋ ਜਾਏਗਾ, ਸਭ ਬੰਦ ਖਲਾਸੀ ਹੋ ਜਾਏਗੀ, ਤੇ ਪਾਤਸ਼ਾਹ ਕਹਿੰਦੇ ਨੇ ਉਹ ਜਾਣੇ ਚੇਤੀਆਂ ਮੁਖਾਏ। ਇਹ ਉਹਨੂੰ ਹੀ ਪਤਾ ਹੈ, ਸਤਿਗੁਰ ਕਹਿੰਦੇ ਨੇ ਉਹਨੂੰ ਮੂੰਹ ਤੇ ਕਿੰਨੀ ਮਾਰ ਖਾਣੀ ਪੈਂਦੀ ਹੈ, ਕਿਉਂਕਿ ਉਹਨੂੰ ਪਤਾ ਹੈ ਵੀ ਇਹ ਸਭ ਪਰਪੰਚ ਢੋਂਗੇ ਇਹਦੇ ਨਾਲ ਇਹ ਕੀਤਿਆਂ ਕੁਝ ਨਹੀਂ ਹੋਣਾ। ਉਹਨੂੰ ਪਤਾ, ਇਸ ਕਰਕੇ ਸਭ ਕਹਿੰਦੇ ਨੇ
ਉਹ ਜਾਣੇ ਜੇਤਿਆਂ ਮੂੰਹ ਖਾਏ। ਉਹਨੂੰ ਪਤਾ ਉਹਨੂੰ ਮੂੰਹ ਤੇ ਕਿੰਨੀ ਮਾਰ ਪੈ ਰਹੀ ਹੈ। ਭਾਵ ਉਹਨੂੰ ਸਾਹਮਣੇ ਮੂੰਹ ਤੇ ਮਾਰ ਪੈਣ ਦਾ ਮਤਲਬ ਹੈ ਸਾਧ ਸੰਗਤ ਫਰੰਟ ਸਾਹਮਣੇ। ਭਾਵ ਉਹਨੂੰ ਆਪਣੇ ਜੀਵਨ ਵਿੱਚ ਕਿੰਨੇ ਦੁੱਖਾਂ ਦਾ ਆਪ ਸਾਹਮਣਾ ਕਰਨਾ ਪੈ ਰਿਹਾ। ਜਿਹੜਾ ਦੂਜਿਆਂ ਦੇ ਨਿਵਾਰਨ ਕਰਨਾ ਚਾਹੁੰਦਾ ਉਹਦੇ ਆਪਣੇ ਘਰ ਵਿੱਚ ਕਲੇਸ਼ ਹੈ। ਇਹੀ ਗੱਲ ਜਿਹੜੇ ਦੂਜਿਆਂ ਨੂੰ ਪੁੱਤਰਾਂ ਦੇਣ ਦੇ ਦਾਅਵੇ ਕਰ ਰਹੇ ਨੇ ਉਹਦੇ ਆਪਣੇ ਘਰ ਵਿੱਚ ਔਲਾਦ ਕੋਈ ਨਹੀਂ। ਜਿਹੜਾ ਆਪ ਛੜਾ ਹੈ, ਜਿਹੜੇ ਬਾਬੇ ਨੇ ਆਪ ਵਿਆਹ ਨਹੀਂ ਕਰਾਇਆ, ਉਹ ਦੂਜਿਆਂ ਨੂੰ ਕਹਿ ਰਿਹਾ ਹੁੰਦਾ ਵੀ ਆ ਮੈਂ ਤੁਹਾਨੂੰ ਪੁੱਤਰ ਦੀ ਦਾਤ ਦੇਵਾਂਗਾ, ਮੇਰੇ ਕੋਲ ਆਓ। ਕਿੰਨੀ ਕਮਾਲ ਦੀ ਗੱਲ ਹੈ। ਸਤਿਗੁਰ ਕਹਿੰਦੇ ਨੇ ਜਿਹਨੂੰ ਆਪ ਹੀ ਪਤਾ ਨਹੀਂ, ਇਹ ਤੇ ਸਭ ਕਹਿੰਦੇ ਨੇ ਪਰਮਾਤਮਾ ਦੀ ਕੁਦਰਤ ਹੈ, ਰੱਬ ਦੇ ਪਸਾਰੇ ਨੇ। ਇਸੇ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਜਾਣੇ ਜੀਤਿਆ ਮੂੰਹ ਖਾਏ, ਆਪੇ ਜਾਣੇ ਆਪੇ ਦੇ। ਉਹ ਆਪ ਹੀ ਜਾਣਦਾ ਹੈ। ਬੜੇ ਸਤਿਗੁਰ ਕਹਿੰਦੇ ਨੇ ਜਿੱਥੇ ਨਾ ਸ਼ੁਕਰੇ ਨੇ ਉੱਥੇ ਸ਼ੁਕਰ ਕਰਨ ਵਾਲੇ ਵੀ ਸਭ ਕਹਿੰਦੇ ਨੇ ਬੜੇ ਨੇ। ਜਿਹੜੇ ਕਹਿੰਦੇ ਨੇ ਆਪ ਹੀ ਜਾਣਦਾ ਹੈ, ਉਹ ਆਪ ਹੀ ਦਾਤਾਂ ਦਿੰਦਾ ਹੈ। ਆਖੈ ਸੇਪੇ ਕਈ ਕੇ। ਸਤਿਗੁਰ ਕਹਿੰਦੇ ਨੇ ਇਹੋ ਜਿਹੇ ਆਖਣ ਵਾਲੇ, ਇਹ ਗੱਲ ਕਹਿਣ ਵਾਲੇ ਵੀ ਕਈ ਮਨੁੱਖ ਨੇ ਕਿ ਦਾਤਾਂ ਪਰਮਾਤਮਾ ਦੀਆਂ ਨੇ ਭਾਈ। ਉਹ ਆਪ ਜਿਹਨੂੰ ਦਿੰਦਾ ਹੈ ਉਹਨੂੰ ਮਿਲਦੀਆਂ ਨੇ, ਉਹ ਆਪ ਜਾਣਦਾ ਹੈ। ਐਵੇਂ ਲੋਕਾਂ ਦੇ ਚਰਨਾਂ ਦੇ ਵਿੱਚ ਨਾ ਆਪਣੇ ਘਰ ਦੇ ਸਾਰੇ ਕਰਮ ਫਰੋਲਦੇ ਫਿਰੋ। ਐਵੇਂ ਲੋਕਾਂ ਦੇ ਸਾਹਮਣੇ ਆਪਣੇ ਘਰ ਦੀ ਮਜ਼ਾਕ ਨਾ ਬਣਾਉਂਦੇ ਫਿਰੋ। ਉਹ ਕਰਤਾ ਜਾਣਦਾ ਹੈ। ਉਹਦੇ ਚਰਨਾਂ ਦੇ ਵਿੱਚ ਜੁੜ ਕੇ ਉਹਦੇ ਗੁਣਾਂ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰੋ, ਤਾਂ ਕਿ ਜੀਵਨ ਤੁਹਾਡਾ ਸਵਰ ਜਾਏ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਹਨੂੰ ਆਪਣੀ ਸਿਫਤ ਸਲਾਹ ਦੀ ਦਾਤ ਦਿੰਦਾ ਹੈ, ਆਪਣੀ ਵਡਿਆਈ ਕਰਨ ਦੀ ਦਾਤ ਦਿੰਦਾ ਹੈ। ਨਾਨਕ ਪਾਤਸ਼ਾਹੀ ਪਾਤਸ਼ਾਹ ਨਾਨਕ ਜੀ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਉਹ ਜਿਹਨੂੰ ਸਿਫਤ ਸਲਾਹ ਕਰਨ ਦੀ ਸੋਝੀ ਆ ਜਾਂਦੀ ਹੈ, ਉਹ ਹਿਰਦੇ ਕਰਕੇ ਪਾਤਸ਼ਾਹਾਂ ਵਰਗਾ ਬਣ ਜਾਂਦਾ ਹੈ। ਭਾਵ ਬੜੇ ਵਿਸ਼ਾਲ ਹਿਰਦੇ ਵਾਲਾ ਬਣ ਜਾਂਦਾ ਹੈ। ਉਹ ਜੀਵਨ ਦੇ ਹਰ ਕਰਮ ਵਿੱਚ ਫਿਰ ਪਰਮਾਤਮਾ ਦਾ ਸ਼ੁਕਰ ਕਰਦਾ ਹੈ। ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਵਰਤ ਕੇ ਉਸ ਕਰਤੇ ਦੇ ਗੁਣਾਂ ਮੁਤਾਬਕ ਆਪਣਾ ਜੀਵਨ ਜਿਉਂਦਾ ਹੈ। ਜਿਹੜਾ ਕਰਤੇ ਦੇ ਗੁਣਾਂ ਮੁਤਾਬਕ ਜੀਵਨ ਜਿਉਂਦਾ ਹੈ, ਬਾਬੇ ਨਾਨਕ ਦੀ ਨਿਗਾਹ ਵਿੱਚ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਕਿਉਂ? ਕਿਉਂਕਿ ਉਹ ਕਿਸੇ ਦੀ ਮੁਹਤਾਜੀ ਵਿੱਚ ਨਹੀਂ। ਸਤਿਗੁਰ ਕਿਰਪਾ ਕਰਨ, ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਸਾਧ ਸੰਗਤ ਜੀ ਬਖਸ਼ ਲੈਣੀਆਂ। ਵਾਹਿਗੁਰੂ ਜੀ।